ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਬਹੁਤ ਸੋਹਣਾ ਜਾ ਰਿਹਾ ਹੋਵੇਗਾ। ਆਓ ਕਰੀਏ ਪਰਮਾਤਮਾ ਦਾ ਸ਼ੁਕਰਾਨਾ ਜਿਨੇ ਸੋਹਣਾ ਜਿਹਾ ਦਿਨ ਸਾਨੂੰ ਦਿੱਤਾ। ਕਰੀਏ ਸ਼ੁਕਰਾਨਾ ਚਿਹਰੇ ਦੇ ਉੱਤੇ ਲਿਆ ਕੇ ਇੱਕ ਵੱਡੀ ਸਾਰੀ ਮੁਸਕਰਾਹਟ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਵਿਅਕਤੀ ਜਿਹਨੂੰ ਕਿਸੇ ਵੀ ਕੰਮਕਾਰ ਦੇ ਵਿੱਚ ਕੋਈ ਕਾਮਯਾਬੀ ਨਹੀਂ ਸੀ ਮਿਲ ਰਹੀ, ਬਹੁਤ ਯਤਨ ਕੀਤੇ, ਇੱਕ ਕੰਮ ਕਰਦਾ, ਉਹ ਨੇਪਰੇ ਨਾ ਚੜ੍ਹਦਾ, ਫਿਰ ਦੂਸਰੇ ਕੰਮ ਦੇ ਵਿੱਚ ਰੁੱਝ ਜਾਂਦਾ, ਦੂਸਰੇ ਤੋਂ ਬਾਅਦ ਤੀਸਰੇ ਦੇ ਵਿੱਚ। ਘਰ ਦੇ ਵੀ ਇਸ ਚੀਜ਼ ਤੋਂ ਪਰੇਸ਼ਾਨ ਕਿ ਆਖਰਕਾਰ ਇੱਕ ਜਗ੍ਹਾ ਦੇ ਉੱਤੇ ਟਿਕ ਕੇ ਤੂੰ ਕੰਮ ਕਿਉਂ ਨਹੀਂ ਕਰਦਾ। ਪਰ ਉਹਨੂੰ ਕਿਸੇ ਕੰਮ ਦੇ ਵਿੱਚ ਮੁਨਾਫਾ ਨਾ ਦਿਖਦਾ। ਮੁਨਾਫਾ ਨਾ ਦਿਖਣ ਦੇ ਕਰਕੇ ਉਸ ਕੰਮ ਨੂੰ ਛੱਡ ਕੇ ਫਿਰ ਉਹ ਕੋਈ ਹੋਰ ਕੰਮ ਟਰਾਈ ਕਰਦਾ। ਬਹੁਤ ਸਾਰੇ ਲੋਕ ਉਹਨੂੰ ਬੜਾ ਹਿੰਮਤੀ ਦੱਸਦੇ, ਭਾਈ ਫਿਰ ਵੀ ਬੜੇ ਹੌਸਲੇ ਵਾਲਾ, ਇੱਕ ਕੰਮ ਤੋਂ ਬਾਅਦ ਦੂਸਰੇ ਕੰਮ ਨੂੰ ਹੱਥ ਪਾ ਲੈਂਦਾ, ਦੂਸਰੇ ਤੋਂ ਤੀਸਰੇ ਨੂੰ ਪਾ ਲੈਂਦਾ। ਕਈਆਂ ਦੀ ਸਾਰੀ ਜ਼ਿੰਦਗੀ ਇੱਕ ਕੰਮ ਤੇ ਲੰਘ ਜਾਂਦੀ ਹੈ। ਪਰ ਆਖਰਕਾਰ ਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਇੱਕ ਦਿਨ ਆਪਣੇ ਕਿਸੇ ਮਿੱਤਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਦਾ ਤੇ ਮਿੱਤਰ ਉਹਨੂੰ ਕਿਸੇ ਸਿਆਣੇ ਬਜ਼ੁਰਗ ਦੇ ਕੋਲ ਲੈ ਕੇ ਚਲਿਆ ਜਾਂਦਾ। ਕਹਿੰਦੇ ਨੇ ਕਿ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਲੋਕਾਂ ਨੇ ਛੋਟੇ-ਮੋਟੇ ਕਾਰੋਬਾਰ ਖੋਲ੍ਹੇ ਨੇ, ਉਹ ਇਸੇ ਦੀ ਸਲਾਹ ਦੇ ਨਾਲ ਖੋਲ੍ਹਦੇ ਨੇ। ਸੁਣਿਆ ਕਿ ਥੋੜ੍ਹੇ ਬਹੁਤੇ ਪੈਸੇ ਵੀ ਵਿਆਜੀ ਦੇ ਦਿੰਦਾ ਤੇ ਨਾਲ ਸਲਾਹ ਬਹੁਤ ਸੋਹਣੀ ਦਿੰਦਾ। ਇਹਦੀ ਸਲਾਹ ਦੇ ਨਾਲ ਜਿੰਨੇ ਵੀ ਅੱਜ ਤੱਕ ਕਾਰੋਬਾਰ ਚਲਾਏ ਨੇ ਲੋਕਾਂ ਨੇ, ਉਹ ਸਾਰੇ ਬੜੇ ਸੋਹਣੇ ਚੱਲੇ ਆ। ਤੇ ਜੇ ਤੇਰਾ ਮਨ ਮੰਨਦਾ ਹੋਵੇ ਤੇ ਆਪਾਂ ਇਹਦੇ ਕੋਲੋਂ ਵੀ ਜਾ ਕੇ ਸਲਾਹ ਲੈ ਲੈਂਦੇ ਹਾਂ। ਇਸ ਤੋਂ ਪਹਿਲਾਂ ਕਿ ਤੂੰ ਕੋਈ ਹੋਰ ਨਵਾਂ ਬਿਜ਼ਨਸ ਖੋਲ੍ਹੇ, ਸਾਨੂੰ ਉਹਦੇ ਕੋਲੋਂ ਪੁੱਛ ਲੈਣਾ ਚਾਹੀਦਾ। ਤੇ ਵੈਸੇ ਵੀ ਪੈਸੇ ਧੇਲੇ ਦੀ ਹੁਣ ਲੋੜ ਪੈਣੀ ਹੈ। ਕਹਿੰਦੇ ਨੇ ਇਸ ਬਜ਼ੁਰਗ ਕੋਲ ਪਹੁੰਚਦੇ ਨੇ ਤੇ ਜਾ ਕੇ ਸਾਰੀ ਕਹਾਣੀ ਦੱਸਦੇ ਨੇ। ਮੇਰੇ ਵਿੱਚ ਆਹ ਕਾਬਲੀਅਤ ਹੈ, ਮੈਂ ਆਹ ਪੜ੍ਹਾਈ ਕੀਤੀ ਹੈ, ਉਸ ਤੋਂ ਬਾਅਦ ਮੈਂ ਆਹ ਬਿਜ਼ਨਸ ਖੋਲ੍ਹਿਆ ਛੋਟੀ ਜਿਹੀ ਉਮਰ ਦੇ ਵਿੱਚ। ਲੱਗਾ ਕਿ ਸ਼ਾਇਦ ਉਮਰ ਦਾ ਤਜਰਬਾ ਘੱਟ ਹੈ, ਮੈਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਦੂਸਰੇ ਕੰਮ ਦੇ ਵਿੱਚ ਚਲਾ ਗਿਆ, ਉੱਥੇ ਕੰਪੀਟੀਸ਼ਨ ਬਹੁਤ ਮਿਲਿਆ, ਬਹੁਤ ਸਾਰੇ ਲੋਕਾਂ ਨੇ ਮੇਰੀ ਰੀਸ ਕਰਕੇ ਉਹ ਵਾਲਾ ਕੰਮ ਖੋਲ੍ਹ ਲਿਆ। ਮੈਨੂੰ ਉਹ ਕੰਮਕਾਰ ਛੱਡ ਕੇ ਅੱਗੇ ਵਧਣਾ ਪਿਆ। ਤੀਸਰੇ ਕੰਮ ਦੇ ਵਿੱਚ ਲਗਾਤਾਰ ਲੰਮਾ ਸਫ਼ਰ ਕਰਨਾ ਪੈਂਦਾ ਸੀ, ਜਿਹਦੀ ਵਜ੍ਹਾ ਕਰਕੇ ਕੰਮ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ। ਮਹਾਂਮਾਰੀ ਫੈਲਣ ਦੇ ਕਰਕੇ ਚੌਥਾ ਬਿਜ਼ਨਸ ਵੀ ਜਾਂਦਾ ਰਿਹਾ। ਹੌਲੀ ਹੌਲੀ ਕਰਕੇ ਹੁਣ ਤੱਕ ਮੈਂ ਕਾਫੀ ਬਿਜ਼ਨਸ ਬਦਲ ਚੁੱਕਾ। ਬਹੁਤਿਆਂ ਦਾ ਮੈਨੂੰ ਸ਼ਾਇਦ ਯਾਦ ਵੀ ਨਾ ਹੋਵੇ। ਹੁਣ ਨਵਾਂ ਕਾਰੋਬਾਰ ਸ਼ੁਰੂ ਕਰਨਾ, ਉਹਦੇ ਲਈ ਤੁਹਾਡੇ ਕੋਲ ਪਹੁੰਚੇ। ਹਰ ਇੱਕ ਤਰ੍ਹਾਂ ਦੀ ਮਦਦ ਤੁਹਾਡੇ ਕੋਲੋਂ ਚਾਹੀਦੀ ਹੈ। ਕਹਿੰਦੇ ਨੇ ਬਜ਼ੁਰਗ ਆਪਣੇ ਵਿਹੜੇ ਵਿੱਚ ਬੈਠਾ ਅੰਬ ਖਾ ਰਿਹਾ ਸੀ ਤੇ ਜਾਂਦਿਆਂ ਨੂੰ ਇਹਨਾਂ ਨੂੰ ਵੀ ਅੰਬਾਂ ਦੀ ਸੁਲਾ ਮਾਰੀ। ਕਿਹਾ ਕਿ ਬਹੁਤ ਵਧੀਆ, ਬਹੁਤ ਉਮਦਾ ਅੰਬ ਨੇ, ਬੜੀ ਵਧੀਆ ਕਿਸਮ ਦੇ। ਮੇਰੇ ਕਿਸੇ ਖਾਸ ਨੇ ਮੈਨੂੰ ਇੱਕ ਛੋਟਾ ਜਿਹਾ ਬੂਟਾ ਲਿਆ ਕੇ ਦਿੱਤਾ ਸੀ ਤੇ ਉਹ ਮੈਂ ਆਪਣੇ ਘਰ ਦੇ ਲਾਗੇ ਲਾਇਆ। ਮੈਂ ਸਾਰਾ ਸਾਲ ਇੰਤਜ਼ਾਰ ਕਰਦਾ ਰਹਿਣਾ ਕਿ ਕਦੋਂ ਇਸ ਬੂਟੇ ਨੂੰ ਅੰਬ ਲੱਗਣ ਤੇ ਕਦੋਂ ਮੈਂ ਖਾਵਾਂ। ਤੇ ਹੁਣ ਸੁੱਖ ਦੇ ਨਾਲ ਇਸ ਇੱਕ ਬੂਟੇ ਤੋਂ ਮੈਂ ਅੱਗੇ 5-7 ਕਰ ਲਏ ਨੇ। ਤੁਸੀਂ ਖਾ ਕੇ ਵੇਖੋ, ਤੁਸੀਂ ਪਸੰਦ ਕਰੋਗੇ। ਸਾਰਿਆਂ ਨੇ ਰਲ ਮਿਲ ਕੇ ਅੰਬ ਖਾਧੇ ਤੇ ਬਜ਼ੁਰਗ ਨੇ ਇਸ ਨੌਜਵਾਨ ਨੂੰ ਕਿਹਾ ਕਿ ਭਾਈ, ਇਹ ਜਿਹੜੀਆਂ ਗਿਟਕਾਂ ਨਿਕਲੀਆਂ ਨੇ ਨਾ ਅੰਬ ਦੇ ਵਿੱਚੋਂ, ਉਹ ਸਾਹਮਣੇ ਇੱਕ ਕਿਆਰੀ ਦਿਖਦੀ ਹੈ, ਉਹਦੇ ਵਿੱਚ ਗੱਡਿਆ, ਇਹਦੇ ਵਿੱਚੋਂ ਫਿਰ ਅੱਗੇ ਬੂਟਾ ਬਣੂਗਾ ਤੇ ਹੋਰ ਅੰਬ ਤਿਆਰ ਹੋਣਗੇ। ਕੱਲ੍ਹ ਨੂੰ ਤੁਹਾਨੂੰ ਲੋੜ ਹੋਈ, ਜੇ ਤੁਹਾਨੂੰ ਪਸੰਦ ਆਏ ਨੇ ਤੇ ਤੁਸੀਂ ਵੀ ਲੈ ਜਾਓ। ਕਹਿੰਦੇ ਨੌਜਵਾਨ ਉੱਠਿਆ, ਜਾ ਕੇ
ਉਹ ਗਿਟਕਾਂ ਕੈਰੀ ਦੇ ਵਿੱਚ ਨਾ ਪਾਇਆ। ਥੋੜ੍ਹੀ ਦੇਰ ਬਾਅਦ ਗੱਲਾਂ ਬਾਤਾਂ ਚੱਲੀਆਂ, ਹੋਰ ਅੰਬ ਖਾਧੇ, ਹੋਰ ਕਾਰੋਬਾਰ ਬਾਰੇ ਕੁਛ ਗੱਲਾਂ ਬਾਤਾਂ ਹੋਈਆਂ। ਬਜ਼ੁਰਗ ਨੇ ਕਿਹਾ, ਜਾ ਭਗਤਾ ਵੇਖ ਕੇ ਆ, ਉਹ ਗਿਟਕਾਂ ਦੇ ਵਿੱਚੋਂ ਰੁੱਖ ਹਾਲੇ ਤੱਕ ਪੁੰਗਰੇ ਆ ਕਿ ਨਹੀਂ ਪੁੰਗਰੇ, ਬੂਟਾ ਕਰੂੰਬਲਾਂ ਕੋਈ ਤਾਂ ਆਈਆਂ ਨੇ। ਨੌਜਵਾਨ ਥੋੜ੍ਹਾ ਹੈਰਾਨ ਹੋਇਆ ਕਿ ਬਜ਼ੁਰਗ ਗੱਲਾਂ ਕਿੱਦਾਂ ਦੀਆਂ ਕਰ ਰਿਹਾ, ਪਰ ਉਹ ਹੁਣ ਬਜ਼ੁਰਗ ਦੇ ਕੋਲ ਆਏ ਕਿਸੇ ਕੰਮ ਨੂੰ ਹੀ, ਕੰਮ ਵੀ ਬਹੁਤ ਜ਼ਰੂਰੀ, ਕਹਿ ਵੀ ਕੁਛ ਨਹੀਂ ਸਕਦਾ। ਕਹਿਣ ਦੇ ਉੱਤੇ ਉੱਠ ਕੇ ਗਿਆ, ਵੇਖ ਕੇ ਆਇਆ। ਅਤੇ ਹੁਣ ਬਜ਼ੁਰਗ ਵਾਰ-ਵਾਰ ਉਹ ਗੱਲ ਕਰ ਰਿਹਾ ਹੈ। ਹਰ 15-20 ਮਿੰਟ ਬਾਅਦ, ਅੱਧੇ ਘੰਟੇ ਬਾਅਦ ਜਦੋਂ ਚੇਤਾ ਆਵੇ ਉਦੋਂ ਨੌਜਵਾਨ ਨੂੰ ਕਵੇ, ਜਾ ਵੇਖ ਕੇ ਆ, ਬੂਟਾ ਉੱਗਿਆ ਕਿ ਨਹੀਂ ਉੱਗਿਆ। ਜਿਹੜੇ ਹੋਰ ਅੰਬ ਚੂਪੇ ਹੁੰਦੇ ਉਹ ਵੀ ਗਿਟਕਾਂ ਦੇ ਦਿੰਦਾ, ਹੋ ਸਕਦਾ ਤੇਰੀਆਂ ਗਿਟਕਾਂ ਨਾ ਖਰਾਬ ਹੋਣ। ਹੋਵੇ ਨਾ ਤੇ ਆਹ ਗਿਟਕਾਂ ਬੀਜ ਕੇ ਆ। ਕਹਿੰਦੇ 2-4 ਗੇੜੇ ਮਾਰਨ ਤੋਂ ਬਾਅਦ ਨੌਜਵਾਨ ਖਿੱਚ ਗਿਆ ਅਤੇ ਆਖਿਰਕਾਰ ਬੋਲਣਾ ਪਿਆ। ਮੈਨੂੰ ਇਹਨੇ ਦੱਸਿਆ ਸੀ, ਮੈਨੂੰ ਮੇਰੇ ਮਿੱਤਰ ਨੇ, ਲੋਕਾਂ ਨੇ ਦੱਸਿਆ ਸੀ ਕਿ ਤੁਸੀਂ ਬਹੁਤ ਸਿਆਣਪ ਵਾਲੇ ਹੋ, ਤੁਸੀਂ ਬਹੁਤ ਸਿਆਣੇ ਹੋ, ਬਹੁਤ ਤੁਸੀਂ ਕਾਰੋਬਾਰ ਲੋਕਾਂ ਦੇ ਚਲਾਉਣ ਦੇ ਵਿੱਚ ਮਦਦ ਕੀਤੀ ਹੈ, ਪਰ ਮੈਨੂੰ ਤਾਂ ਲੱਗ ਰਿਹਾ ਤੁਸੀਂ ਮੂਰਖ ਹੋ। ਹਾਲੇ ਅੱਧਾ ਘੰਟਾ ਪਹਿਲਾਂ ਤੁਸੀਂ ਇਹ ਗਿਟਕਾਂ ਮੈਨੂੰ ਮਿੱਟੀ ਦੇ ਵਿੱਚ ਦੱਬਣ ਲਈ ਦਿੱਤੀਆਂ ਨੇ, ਅਤੇ ਉਸ ਤੋਂ ਬਾਅਦ ਲਗਾਤਾਰ ਮੈਨੂੰ ਤੁਸੀਂ ਭੇਜ ਰਹੇ ਹੋ ਕਿ ਜਾ ਕੇ ਚੈੱਕ ਕਰ। ਇੰਨੀ ਛੇਤੀ ਕਿਹੜਾ ਰੁੱਖ ਉੱਗਦਾ ਹੁੰਦਾ ਗਿਟਕ ਦੇ ਵਿੱਚੋਂ, ਇੰਨੀ ਵੀ ਤੁਹਾਨੂੰ ਸਮਝ ਨਹੀਂ ਆ। ਅਤੇ ਉੱਤੋਂ ਇਹ ਜਿਹੜਾ ਮੈਨੂੰ ਤੁਹਾਡੇ ਕੋਲ ਲੈ ਕੇ ਆ ਗਿਆ, ਇਹ ਸਲਾਹ ਲੈਣੀ ਹੈ। ਬਜ਼ੁਰਗ ਹੱਸਿਆ ਅਤੇ ਕਿਹਾ, ਕਾਕਾ ਬਹਿ ਜਾ, ਮੈਂ ਇਹੋ ਹੀ ਗੱਲ ਤੈਨੂੰ ਸਮਝਾਉਣੀ ਚਾਹੁੰਦਾ ਹੈ। ਜਿਸ ਤਰੀਕੇ ਦੇ ਨਾਲ ਗਿਟਕ ਦੇ ਵਿੱਚੋਂ ਰਾਤੋਂ ਰਾਤ ਜਾਂ ਅੱਧੇ ਘੰਟੇ ਦੇ ਵਿੱਚ ਕੋਈ ਰੁੱਖ ਨਹੀਂ ਨਾ ਪੁੰਗਰਦਾ, ਇਸੇ ਤਰ੍ਹਾਂ ਦੇ ਨਾਲ ਜਿੰਨਾ ਚਿਰ ਤੂੰ ਕਾਰੋਬਾਰ ਨੂੰ ਇਨਫ ਟਾਈਮ ਨਹੀਂ ਦੇਵੇਂਗਾ, ਉਹਨਾਂ ਚਿਰ ਤੱਕ ਉਹਦੇ ਵਿੱਚੋਂ ਤੂੰ ਮੁਨਾਫਾ ਨਹੀਂ ਕਮਾ ਸਕਦਾ। ਜਿੰਨਾ ਕੁ ਵੀ ਤੂੰ ਦੱਸ ਰਿਹਾ, ਹਰ 6 ਮਹੀਨੇ ਸਾਲ ਬਾਅਦ ਤੂੰ ਕਾਰੋਬਾਰ ਚੇਂਜ ਕਰ ਲੈਣਾ। ਇੰਨੇ ਕੁ ਚਿਰ 'ਚ ਤੇ ਭਲਿਆ ਸਮਝ ਆਉਣ ਲੱਗਦੀ ਆ ਕਾਰੋਬਾਰ ਦੀ, ਕੀ ਵਾਧੇ ਘਾਟੇ ਨੇ, ਕਿੱਥੇ ਨੁਕਸਾਨ ਹੋ ਰਿਹਾ, ਕਿੱਥੇ ਫਾਇਦਾ ਹੋ ਰਿਹਾ। ਕਾਰੋਬਾਰ ਦੇ ਵਿੱਚ ਤਾਂ ਪਹਿਲਾਂ ਨੁਕਸਾਨ ਝੱਲਣੇ ਹੀ ਪੈਂਦੇ ਆ, ਅਤੇ ਤੂੰ ਮੈਨੂੰ ਕਹਿ ਰਿਹਾ ਕਾਲਾ ਤੂੰ ਪੈ ਰਿਹਾ। ਇਹ ਤੈਨੂੰ ਇੱਕ ਮਾਤਰ ਸਮਝਾਉਣ ਦਾ ਤਰੀਕਾ ਸੀ। ਵੇਖ, ਮੈਨੂੰ ਇੱਕ ਬੂਟਾ ਕਿਸੇ ਨੇ ਦਿੱਤਾ, ਮੈਂ ਸਬਰ ਕੀਤਾ, ਇੰਤਜ਼ਾਰ ਕੀਤਾ, ਉਹਨੂੰ ਪਾਲਿਆ, ਉਹਦੇ ਅੰਬ ਖਾਧੇ, ਉਸ ਤੋਂ ਬਾਅਦ ਉਹਦੀਆਂ ਗਿਟਕਾਂ ਅੱਗੇ ਬੀਜੀਆਂ, ਮੈਂ ਸਬਰ ਕੀਤਾ, ਅਤੇ ਅੱਜ ਸਾਲਾਂ ਬੀਤ ਗਏ ਨੇ। ਹੁਣ ਮੇਰੇ ਕੋਲ ਇੱਕ ਨਹੀਂ, ਕਾਫੀ ਸਾਰੇ ਅੰਬਾਂ ਦੇ ਬੂਟੇ ਨੇ, ਮੈਂ ਵੀ ਖਾਂਦਾ, ਮੇਰਾ ਪਰਿਵਾਰ ਵੀ ਖਾਂਦਾ। ਇਸੇ ਤਰ੍ਹਾਂ ਦੇ ਨਾਲ ਕਾਰੋਬਾਰ ਹੈ। ਇੱਕ ਬੂਟੇ ਨੂੰ ਪਹਿਲਾਂ ਪਾਲਣਾ ਪੈਂਦਾ, ਉਹਨੂੰ ਫਲ ਲੱਗਦਾ, ਫਿਰ ਉਸ ਤੋਂ ਗਾਂ ਅੱਗੇ ਬਾਕੀ ਦੇ ਬੂਟੇ ਲਾਈਦੇ ਨੇ। ਹੋ ਸਕਦਾ ਨੌਜਵਾਨ ਸਮਝਿਆ ਹੋਵੇ ਜਾਂ ਨਾ ਸਮਝਿਆ ਹੋਵੇ, ਪਰ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਸਮਝੇ ਹੋਵੋਗੇ। ਸੋਚਿਆ ਇਸ ਮੌਕੇ ਦੇ ਉੱਤੇ ਸਾਰੇ ਜਾਣੇ ਆਪੋ ਆਪਣੇ ਹੱਥ ਅਜ਼ਮਾ ਰਹੇ ਨੇ। ਨੌਕਰੀਆਂ, ਜੋਬ ਛੱਡ ਕੇ ਸਾਰੇ ਤੁਸੀਂ ਕਾਰੋਬਾਰ ਦੇ ਵਿੱਚ ਹੱਥ ਅਜ਼ਮਾ ਰਹੇ ਹੋ, ਅਤੇ ਜੇ ਇੱਦਾਂ ਦੀ ਕੋਈ ਗਲਤੀ ਕਰ ਰਹੇ ਹੋ ਅਤੇ ਇਸ ਗਲਤੀ ਤੋਂ, ਇਸ ਕਹਾਣੀ ਤੋਂ ਸਿੱਖਦਿਆਂ ਹੋਇਆਂ ਥੋੜ੍ਹਾ ਜਿਹਾ ਸਮਾਂ ਵਧੇਰੇ ਦਿਆ ਕਰੋ ਆਪਣੇ ਕਾਰੋਬਾਰਾਂ ਨੂੰ। ਜੇ ਕੋਈ ਗਲਤੀ ਕਰ ਰਿਹਾ ਵਾ, ਅਤੇ ਆਓ ਆਪਾਂ ਵੀ ਇਹਨਾਂ ਬਜ਼ੁਰਗਾਂ ਦੀ ਮੰਨ ਕੇ ਆਪਣੇ ਕਾਰੋਬਾਰਾਂ ਨੂੰ ਚਲਾਉਂਦੇ ਹਾਂ, ਉਹਨਾਂ ਦੇ ਵਿੱਚੋਂ ਜ਼ਿਆਦਾ ਕਮਾਈ ਕਰਦੇ ਹਾਂ, ਉਹਨਾਂ ਦੇ ਵਿੱਚੋਂ ਹੋਰ ਅੱਗੇ ਵਧਣ ਦੇ ਰਾਹ ਕੱਢਦੇ ਹਾਂ। ਆਸ ਕਰਦੇ ਹਾਂ ਭਾਈ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਧੰਨਵਾਦ ਇਕਬਾਲ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ, ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।